ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਸ਼ੰਤ ਮਹੱਲਾ ਚੌਥਾ। ਘਰ ਪਹਿਲਾ। ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁੱਖ ਭੰਜਨੀ ਬੇਰੀ ਦੇ ਹੇਠਾਂ ਦੀਵਾਨ ਵਿੱਚ ਸੁਸ਼ੋਭਿਤ ਸਨ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੇਅੰਤ ਗੁਰਸਿੱਖ ਸੰਗਤਾਂ ਨਿਹਾਲ ਹੋ ਰਹੀਆਂ ਹਨ। ਉਸ ਵੇਲੇ ਪ੍ਰੇਮੀ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪ ਜੀ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸੋਂ ਕਿਹੜੀ ਕਿਹੜੀ ਦਾਤ ਪ੍ਰਾਪਤ ਹੋਈ ਹੈ। ਤਾਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਰਾਗ ਆਸਾ ਵਿੱਚ ਸ਼ੰਤ ਜਸ ਰੂਪ ਭਾਵ ਕਾਵ ਤੇ ਸੰਗੀਤ ਨੂੰ ਮਿਲਾ ਕਰਕੇ ਘਰ ਪਹਿਲੇ ਸੁਰਤਾਲ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਸੰਗਤਾਂ ਦੇ ਜਾਣਕਾਰੀ ਵਾਸਤੇ ਨੋਟ ਕਰਨ ਵਾਲੀ ਜੋ ਗੱਲ ਹੈ, ਸਤਿਗੁਰੂ ਜੀ ਆਪ ਤਾਂ ਗੁਣਾਂ ਦੇ ਸਮੁੰਦਰ ਹਨ, ਪਰੰਤੂ ਸਿੱਖਾਂ ਨੂੰ ਸਮਝਾਉਣ ਲਈ ਉੱਤਮ ਬਖਤੇ ਦੀ ਨਿਆਈ ਉਪਦੇਸ਼ ਕਥਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ RAM। ਸਤਿਗੁਰੂ ਸਾਹਿਬ ਜੀ ਬੀਪਸਾ ਅਲੰਕਾਰ ਦੀ ਰੀਤੀ ਅਨੁਸਾਰ ਕਥਨ ਕਰਦੇ ਹਨ ਕਿ ਜਦੋਂ ਅਸੀਂ ਮੁਖੀ ਗੁਰਾਂ ਦੇ ਉਪਦੇਸ਼ ਸਦਕਾ ਰਾਮ ਪਰਮੇਸ਼ਰ ਨੂੰ ਪਾ ਗਏ, ਤਦੋਂ ਮੈਂ ਜੀਵਨੋਂ ਜ਼ਿੰਦਗੀ ਰੂਪ ਪ੍ਰਭੂ ਨੂੰ ਪਾਉਣਾ ਕੀਤਾ ਹੈ। ਜ਼ਿੰਦਗੀ ਰੂਪ ਪ੍ਰਭੂ ਨੂੰ ਪਾਉਣਾ ਕੀਤਾ। ਰਾਮ ਪਰਮੇਸ਼ਰ ਸਰੂਪ ਮੁਖੀ ਗੁਰਾਂ ਦੇ ਭਾਏ ਪ੍ਰੇਮ ਕਰਕੇ ਮੈਂ ਜ਼ਿੰਦਗੀਆਂ ਵਿੱਚੋਂ ਆਤਮਿਕ ਆਨੰਦ ਵਾਲੀ ਜ਼ਿੰਦਗੀ ਨੂੰ ਪਾਉਣਾ ਕੀਤਾ ਹੈ। ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਨ ਵਸਾਏ RAM। ਪੂਰੇ ਸਤਿਗੁਰੂ ਸਾਹਿਬ ਜੀ ਹੀ ਹਰੀ ਪਰਮੇਸ਼ਰ ਦਾ ਨਾਮ ਦਿੰਦੇ ਹਨ। ਗੁਰੂ ਸਾਹਿਬ ਜੀ ਹੀ ਦੁਨੀਆ ਦੇ ਹਰੇਕ ਨਾਮ ਵਿੱਚੋਂ ਪਰਮੇਸ਼ਰ ਦਾ ਨਾਮ ਬਖਸ਼ ਦਿੰਦੇ ਹਨ ਅਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਪ੍ਰਾਣ ਸਵਾਸਾਂ ਵਿੱਚ ਰਾਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸਾ ਦਿੱਤਾ ਹੈ। ਹਰ ਹਰ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾ ਦੁਖ ਗਵਾਇਆ। ਸਤਿਗੁਰਾਂ ਨੇ ਸਾਰਿਆਂ ਨੂੰ ਆਪਣੀ ਚੇਤਨ ਸੱਤਾ ਪਾ ਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਡੇ ਸਵਾਸਾਂ ਵਿੱਚ ਵਸਾ ਦਿੱਤਾ ਅਤੇ ਸਾਰਾ ਪ੍ਰਮਾਣ ਪ੍ਰਮੇਯ ਗਤ ਵਿਪਰਜੇ ਬੁੱਧੀ ਆਦਿ ਇਹ ਭਰਮ ਤੇ ਜੰਮਣ ਮਰਨ ਦਾ ਸੰਸਾ ਦੁੱਖ ਕਸ਼ਟ ਅੰਦਰੋਂ ਗਵਾ ਦਿੱਤਾ ਹੈ। ਅਦਿਸ਼ਟ ਅਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ। ਜਿਸ ਵੇਲੇ ਪ੍ਰਤੱਖ ਨੇਤਰਾਂ ਦੇ ਨਾਲ ਦਿਸਣ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਪਰਮੇਸ਼ਰ ਨੂੰ ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਧਿਆਤਾਕਾਰ ਬਿਰਤੀ ਕਰਕੇ ਧਿਆਉਣਾ ਕੀਤਾ, ਤਾਂ ਪਵਿੱਤਰ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਪਰਮ ਉੱਚੀ ਪਦ ਪਦਵੀ ਭਾਵ ਬ੍ਰਹਮਾਨੰਦ ਰੂਪੀ ਪਦਵੀ ਨੂੰ ਪਾ ਲਿਆ। ਅਨਹਦ ਧੁਨ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ। ਜਦੋਂ ਸੱਚੇ ਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਗਾਇਨ ਕੀਤੀ, ਤਾਂ ਉਸ ਵੇਲੇ ਹੱਦ ਤੋਂ ਰਹਿਤ ਭਾਵ ਇੱਕ ਰਸ ਧੁਨੀ ਵਾਲੇ ਨਿਤਾ ਪ੍ਰਤੀ ਸਤਿਨਾਮ ਵਾਹਿਗੁਰੂ ਰੂਪ ਸੁੰਦਰ ਵਾਜੇ ਪ੍ਰਗਟ ਹੋ ਗਏ। ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭ ਵਾਹਿਗੁਰੂ ਪਰਮੇਸ਼ਰ ਦਾਤੈ ਕਹੀਏ ਦਾਤਾਂ ਦੇਣ ਵਾਲੇ ਨੇ। ਆਪ ਕਿਰਪਾ ਕਰਕੇ ਬ੍ਰਹਮ ਵਿਦਿਆ ਭਗਤੀ ਦੀ ਦਾਤ ਦੇਣਾ ਕੀਤੀ, ਤਾਂ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਸਾਡੀ ਪ੍ਰਤੱਖ ਜੋਤ ਸਮਾ ਗਈ। ਸੋ ਅੱਗੇ ਪ੍ਰਸ਼ਨ ਹੈ ਕਿ ਸਤਿਗੁਰੂ ਜੀ ਨੂੰ ਸੰਗਤ ਵਿੱਚ ਉਪਦੇਸ਼ ਦਿੰਦਿਆਂ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮਨਮੁਖ ਹਰ ਵਕਤ ਮਾਇਆ ਵਿੱਚ ਖਚਤ ਰਹਿੰਦੇ ਆ,
ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਇਹਨਾਂ ਦੀ ਵਿਵਸਥਾ ਕਥਨ ਕਰੋ ਅਤੇ ਕਿਰਪਾ ਕਰਕੇ ਦੱਸੋ ਕਿ ਇਹਨਾਂ ਦਾ ਭਲਾ ਹੋ ਜਾਂਦਾ ਹੈ। ਗੁਰ ਉੱਤਰ ਦਿੰਦੇ ਹਨ, ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ ਰਾਮ। ਮਨਮੁਖ ਪੁਰਖ ਮਨਮੁਖਤਾ ਕਰਕੇ ਮਰ ਰਿਹਾ ਹੈ। ਮਨਮੁਖ ਪੁਰਖ ਮਨਮੁਖਤਾ ਕਰਕੇ ਮਰ ਰਿਹਾ। ਜਿਸ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ, ਉਹ ਮਨਮੁਖ ਰਾਮ ਪਰਮੇਸ਼ਰ ਦੀ ਰਚੀ ਮਾਇਆ ਨੂੰ ਮੇਰੀ ਕੀ ਆਪਣੀ ਮਾਇਆ ਜਾਣ ਕਰਕੇ ਝਗੜਿਆਂ ਵਿੱਚ ਹੀ ਮਰ ਰਿਹਾ। ਜਿਸ ਕਰਕੇ ਖਿਨ ਆਵੈ ਖਿਨ ਜਾਵੈ ਦੁਰਗੰਧ ਮੜੈ ਚਿਤ ਲਾਇਆ ਰਾਮ। ਮਨਮੁਖ ਦਾ ਮਨ ਇੱਕ ਛਿਨ ਕਾਲ ਵਿੱਚ ਆਉਂਦਾ ਤੇ ਦੂਸਰੇ ਛਿਨ ਕਾਲ ਵਿੱਚ ਕਦੇ ਕਿਤੇ ਜਾਂਦਾ ਹੈ, ਕਦੇ ਕਿਤੇ ਜਾਂਦਾ ਹੈ। ਉਸ ਦਾ ਮਨ ਬਹੁਤ ਚੰਚਲਤਾਈ ਵਾਲਾ ਹੁੰਦਾ ਅਤੇ ਉਸਨੇ ਰਾਮ ਪਰਮੇਸ਼ਰ ਨੂੰ ਭੁਲਾ ਕੇ ਵਿਸ਼ੇ ਰੂਪੀ ਦੁਰਗੰਧ ਬਦਬੂ ਨਾਲ ਭਰੇ ਮੜੈ ਸਰੀਰ ਜਾਂ ਇਸਤਰੀ ਨਾਲ ਚਿੱਤ ਹਿਰਦੇ ਨੂੰ ਲਾਉਣਾ ਕੀਤਾ ਹੈ। ਲਾਇਆ ਦੁਰਗੰਧ ਮੜੈ ਚਿਤ ਲਾਗਾ, ਜਿਉ ਰੰਗ ਕਸੁੰਭ ਦਿਖਾਇਆ। ਮਨਮੁਖ ਦਾ ਚਿੱਤ ਹਿਰਦਾ ਵਿਸ਼ੇ ਰੂਪੀ ਦੁਰਗੰਧੀ ਨਾਲ ਭਰੇ ਮੜੈ ਸਰੀਰ ਜਾਂ ਇਸਤਰੀ ਦੇ ਮੋਹ ਵਿੱਚ ਲਾਇਆ ਹੋਇਆ, ਜਿਸ ਕਰਕੇ ਰਾਤ ਦਿਨ ਵਿਸ਼ਿਆਂ ਵਿੱਚ ਲੱਗਾ ਹੋਇਆ। ਇਹਨਾਂ ਵਿਸ਼ਿਆਂ ਦਾ ਆਨੰਦ ਇਹੋ ਜਿਹਾ ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖਣ ਨੂੰ ਭੜਕੀਲਾ ਹੁੰਦਾ, ਪਰੰਤੂ ਪਾਣੀ ਜਾਂ ਧੁੱਪ ਪੈ ਜਾਵੇ ਤਾਂ ਉਦੋਂ ਹੀ ਫਿੱਕਾ ਹੋ ਜਾਂਦਾ। ਇਸੇ ਤਰ੍ਹਾਂ ਵਿਸ਼ਿਆਂ ਦਾ ਆਨੰਦ ਵੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ, ਚਮਕੀਲਾ ਭੜਕੀਲਾ ਹੁੰਦਾ, ਪਰ ਜਦੋਂ ਰੋਗ ਰੂਪ ਪਾਣੀ ਜਾਂ ਵਿਛੋੜੇ ਰੂਪ ਧੁੱਪ ਪੈ ਜਾਵੇ ਤਾਂ ਸਾਰੇ ਮਾਇਕੀ ਆਨੰਦ ਫਿੱਕੇ ਹੋ ਜਾਂਦੇ। ਖਿਨ ਪੂਰਬ ਖਿਨ ਪੱਛਮ ਛਾਏ, ਜਿਉ ਚੱਕ ਘੁਮਿਆਰ ਭਵਾਇਆ। ਸਤਿਗੁਰੂ ਦੱਸਦੇ ਜਿਵੇਂ ਸੂਰਜ ਦੇ ਘੁੰਮਣ ਨਾਲ ਬ੍ਰਿਸ਼ ਆਦਿਕਾਂ ਦੀ ਛਾਂ ਘੁੰਮ ਜਾਂਦੀ, ਭਾਵ ਫਿਰ ਜਾਂਦੀ, ਇਸੇ ਪ੍ਰਕਾਰ ਮਨਮੁਖ ਦਾ ਮਨ ਵੀ ਛਿਨ ਕਾਲ ਵਿੱਚ ਸੰਕਲਪ ਨਾਲ ਪੂਰਬ ਦੇ ਪਦਾਰਥਾਂ ਵੱਲ ਦੌੜ ਕੇ ਜਾਂਦਾ ਹੈ ਤੇ ਦੂਸਰੇ ਛਿਨ ਵਿੱਚ ਪੱਛਮ ਦੇ ਪਦਾਰਥਾਂ ਵੱਲ ਸੰਕਲਪ ਨਾਲ ਚਲਿਆ ਜਾਂਦਾ। ਜਿਵੇਂ ਸੂਰਜ ਦੇ ਪੂਰਬ ਤੋਂ ਪੱਛਮ ਵੱਲ ਜਾਣ ਨਾਲ ਰੁੱਖਾਂ ਦੀ ਛਾਂ ਘੁੰਮ ਜਾਂਦੀ, ਇਸੇ ਪ੍ਰਕਾਰ ਜੀਵ ਰੂਪ ਬ੍ਰਿਸ਼ ਦਾ ਪਰਾਲਬਧ ਰੂਪੀ ਸੂਰਜ ਪ੍ਰਗਟ ਹੁੰਦਾ ਤਾਂ ਪੂਰਬ ਤੋਂ ਚੜ੍ਹਨ ਦੀ ਨਿਆਈ ਪੂਰਬਲੇ ਪੁੰਨਾਂ ਕਰਕੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਜਦੋਂ ਪਰਾਲਬਧ ਰੂਪੀ ਸੂਰਜ ਪੱਛਮ ਦੀ ਨਿਆਈ ਹੋਰਨਾਂ ਪੁੰਨੀ ਪੁਰਖਾਂ ਵੱਲ ਚਲਿਆ ਜਾਂਦਾ, ਉਦੋਂ ਇਸ ਕੋਲੋਂ ਸਾਰੇ ਪਦਾਰਥ ਚਲੇ ਜਾਂਦੇ, ਨਾਸ਼ ਹੋ ਜਾਂਦੇ। ਸਤਿਗੁਰੂ ਕਿਰਪਾ ਕਰਦੇ ਜਿਵੇਂ ਘੁਮਿਆਰ ਦਾ ਚੱਕ ਘੁਮਾਇਆ ਫਿਰਦਾ ਹੈ, ਇਉਂ ਜੀਵ ਰੂਪ ਚੱਕ ਮਾਇਆ ਰੂਪੀ ਘੁਮਿਆਰ ਦਾ ਪਦਾਰਥਾਂ ਦੇ ਮੋਹ ਵਿੱਚ ਘੁਮਾਇਆ ਹੋਇਆ ਹੀ ਫਿਰਦਾ। ਕਾਲ ਰੂਪੀ ਘੁਮਿਆਰ ਨੇ ਪਰਾਲਬਧ ਰੂਪੀ ਚੱਕ 'ਤੇ ਘੁਮਾਇਆ ਹੋਇਆ, ਜਿਸ ਕਰਕੇ ਜੰਮਦਾ ਮਰਦਾ ਹੀ ਰਹਿੰਦਾ ਹੈ। ਦੁੱਖ ਖਾਵਹਿ ਦੁੱਖ ਸੰਚਹਿ ਭੋਗਹਿ, ਦੁੱਖ ਕੀ ਬਿਰਧ ਵਧਾਈ। ਮਨਮੁਖ ਜੀਵ ਕਿਸੇ ਨੂੰ ਦੁੱਖ ਦੇ ਕੇ ਪਰਾਏ ਪਦਾਰਥਾਂ ਨੂੰ ਖਾਂਦਾ ਹੈ। ਮਾਇਆ ਦੇ ਇਕੱਤਰ ਕਰਨ ਸਮੇਂ ਤੇ ਮਾਇਆ ਦੀ ਰੱਖਿਆ ਕਾਲ ਵਿੱਚ ਵੀ ਦੁੱਖ ਕਸ਼ਟ ਹੀ ਭੋਗਦਾ ਹੈ। ਇਉਂ ਕਸ਼ਟ ਦੀ ਬਿਰਧ ਅਧਿਕਤਾ ਵਧਾ ਲਈ ਹੈ। ਨਾਨਕ ਬਿਖਮ ਸੁਹੇਲਾ ਤਰੀਐ, ਜਾ ਆਵੈ ਗੁਰ ਸਰਣਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਜੀਵ ਸਤਿਗੁਰਾਂ ਦੀ ਸਰਣਾਈ ਓਟ ਵਿੱਚ ਆ ਜਾਵੇ ਤਾਂ ਬਿਖਮ ਕਠਨ ਸਮੁੰਦਰ ਤੋਂ ਗੁਰਾਂ ਦੇ ਨਾਮ ਰੂਪੀ ਜਹਾਜ਼ 'ਤੇ ਚੜ੍ਹ ਕੇ ਸੁਹੇਲਾ ਸੁਖਾਲਾ ਹੀ ਤਰ ਜਾਂਦਾ ਹੈ। ਮੇਰਾ ਠਾਕੁਰੋ ਠਾਕੁਰ ਨੀਕਾ, ਅਗਮ ਅਥਾਹ ਰਾਮ। ਮੇਰਾ ਠਾਕੁਰ ਸੁਆਮੀ, ਮੇਰਾ ਠਾਕੁਰ ਸੁਆਮੀ। ਠਾਕੁਰ ਇਸਤਤੀ, ਠਾ ਹੁੰਦਾ ਇਸਤਤੀ, ਕੋ ਨਾਮ ਕਰਨ ਕਰਤਾ, ਰਹਿ ਨਾਮ ਲੈਤਾ, ਭਾਵ ਉਤਪਤੀ ਪਾਲਣਾ ਲੈਤਾ ਕਰਨ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰਿਆਂ ਤੋਂ ਮੇਰਾ ਠਾਕੁਰੋ ਸੁਆਮੀ ਨੀਕਾ ਕਹੀਏ ਚੰਗਾ ਹੈ, ਜੋ ਰਾਮ ਪਰਮੇਸ਼ਰ ਮਨ ਦੀ ਗਮਤਾ ਤੋਂ ਪਰੇ ਤੇ ਅਥਾਹ ਬੇਅੰਤ ਹੈ, ਭਾਵ ਜਿਸ ਦੀ ਕੋਈ ਥਾਹ ਨਹੀਂ ਹੈ। ਹਰ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ। ਹਰੀ ਨਾਮ ਰੂਪੀ ਪੂਜੀ, ਹਰੀ ਨਾਮ ਰੂਪੀ ਪੂਜੀ ਰਾਸ ਚਾਹੁੰਦੇ ਹਾਂ।
ਅਸੀਂ ਪਰਮੇਸ਼ਰ ਦੇ ਨਾਮ ਨੂੰ ਪੂਜਦੇ ਹਾਂ ਤੇ ਹਰੀ ਦੇ ਨਾਮ ਦੀ ਪੂਜੀ ਰਾਸ ਦੇ ਹੀ ਚਾਹੀ ਇੱਛਾਵਾਨ ਹਾਂ। ਇਸ ਦਾਤ ਨੂੰ ਦੇਣ ਵਾਲੇ ਰਾਮ ਪਰਮੇਸ਼ਰ ਦਾ ਸਰੂਪ ਸਾਡੇ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਡੇ ਸ਼ਾਹੂਕਾਰ ਹਨ। ਹਰ ਪੂਜੀ ਚਾਹੀ ਨਾਮ ਵਿਸਾਹੀ, ਗੁਣ ਗਾਵੈ ਗੁਣ ਭਾਵੈ। ਅਸੀਂ ਹਰੀ ਪ੍ਰਾਪਤੀ ਦੀ ਸ਼ਰਧਾ ਰੂਪੀ ਪੂਜੀ ਰਾਸ ਚਾਹੀ ਹੈ ਤੇ ਗੁਰਾਂ ਦੇ ਪਾਸੋਂ ਤਨ ਮਨ ਧਨ ਦੇ ਕੇ ਨਾਮ ਰੂਪੀ ਸੌਦੇ ਨੂੰ ਖਰੀਦਣਾ ਕੀਤਾ ਹੈ। ਇਸ ਲਈ ਪ੍ਰੇਮ ਕਰਕੇ ਰਸਨਾ ਨਾਲ ਗੁਣ ਗਾਉਂਦੇ ਹਾਂ ਤੇ ਸਾਨੂੰ ਪਰਮੇਸ਼ਰ ਦੇ ਗਿਆਨ ਆਦਿਕ ਸ਼ੁਭ ਗੁਣ ਪਾਉਂਦੇ ਹਨ। ਨੀਂਦ ਭੂਖ ਸਭ ਪਰ ਹਰ ਤਿਆਗੀ, ਸੁੰਨੇ ਸੁਨ ਸਮਾਵੈ। ਅਸੀਂ ਪ੍ਰਮਾਦ ਤਾਈਂ ਭਾਵ ਅਵਿਦਿਆ ਰੂਪੀ ਨਿੰਦਰਾ ਦਾ ਪਰਹਰਨ ਕਰ ਦਿੱਤਾ। ਪਦਾਰਥਾਂ ਦੀ ਆਸਾ ਰੂਪ ਭੁੱਖ ਵੀ ਸਾਰੀ ਛੱਡ ਦਿੱਤੀ। ਜੋ ਸੁੰਨੇ ਅਫੁਰ ਰੂਪ ਪਰਮੇਸ਼ਰ ਆ, ਉਸ ਵਿੱਚ ਸੁੰਨ ਫੁਰਨਿਆਂ ਤੋਂ ਰਹਿਤ ਹੋ ਕੇ ਅਭੇਦ ਹੋਏ ਆ। ਵਣਜਾਰੇ ਇੱਕ ਭਾਤੀ ਆਵਹਿ ਲਾਹਾ, ਹਰ ਨਾਮ ਲੈ ਜਾਹੇ। ਸਤਿਗੁਰਾਂ ਦੇ ਪਾਸ ਇੱਕ ਭਾਤੀ ਕੀਏ ਤਰ੍ਹਾਂ ਦੇ ਮੋਖ ਦੀ ਪ੍ਰਾਪਤੀ ਵਾਲੇ ਉੱਤਮ ਜਿਗਿਆਸੂ ਜਨ ਵਪਾਰੀ ਵੀ ਆਉਂਦੇ ਆ। ਗੁਰਾਂ ਦੇ ਕੋਲ ਪ੍ਰਕਾਸ਼ ਰੂਪ ਦੀ ਪ੍ਰਤੀਤ ਵਾਸਤੇ ਇੱਕ ਭਾਤੀ ਤਰ੍ਹਾਂ ਦੇ ਉੱਤਮ ਅਧਿਕਾਰੀ ਵਪਾਰੀ ਹੀ ਆਉਂਦੇ ਆ, ਜੋ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਲੋਕ ਨੂੰ ਪਰਮੇਸ਼ਰ ਦੇ ਨਾਮ ਦਾ ਲਾਭ ਲੈ ਕੇ ਜਾਂਦੇ ਆ, ਤੁਰਿਆ ਪਦ ਵਿੱਚ ਇਸਥਿਤ ਹੋ ਜਾਂਦੇ ਆ। ਨਾਨਕ ਮਨ ਤਨ ਅਰਪ ਗੁਰ ਆਗੈ, ਜਿਸ ਪ੍ਰਾਪਤ ਸੋ ਪਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੇ ਤੁਸੀਂ ਵੀ ਉਸ ਆਨੰਦ ਨੂੰ ਪਾਉਣਾ ਚਾਹੁੰਦੇ ਹੋ ਤਾਂ ਆਪਣਾ ਮਨ ਚਿੱਤ ਤੇ ਤਨ ਸਰੀਰ ਸਤਿਗੁਰਾਂ ਦੇ ਅੱਗੇ ਭੇਟਾ ਕਰੋ। ਸਤਿਗੁਰਾਂ ਅੱਗੇ ਭਾਵ ਆਗਿਆ ਵਿੱਚ ਮਨ ਨੂੰ ਤੇ ਤਨ ਨੂੰ ਸੇਵਾ ਵਿੱਚ ਅਰਪਣਾ ਕਰੋ। ਜਿਸ ਨੇ ਸਤਿਗੁਰੂ ਸਾਹਿਬ ਦੁਆਰਾ ਵਾਹਿਗੁਰੂ ਨਾਮ ਨੂੰ ਪ੍ਰਾਪਤ ਕੀਤਾ ਪਾਇਆ ਹੈ, ਉਹ ਪਰਮ ਪਦ ਦੇ ਸਰੂਪ ਦੀ ਪ੍ਰਾਪਤੀ ਨੂੰ ਪਾਉਂਦਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਹੇ ਭਾਈ, ਜਿਵੇਂ ਪ੍ਰਤੱਖ ਸਮੁੰਦਰ ਬਹੁਤ ਹੀ ਰਤਨਾਂ ਤੇ ਕੀਮਤੀ ਪਦਾਰਥਾਂ ਨਾਲ ਭਰਿਆ ਹੋਇਆ, ਇਸੇ ਪ੍ਰਕਾਰ ਸਤਿਗੁਰਾਂ ਦਾ ਹਿਰਦਾ ਰੂਪੀ ਸਮੁੰਦਰ ਵੈਰਾਗ ਵਿਵੇਕ ਮੋਖ ਇੱਛਾ ਖੜ ਸੰਪਤੀ ਸ਼ਰਵਣ ਮੰਨਣ ਨਿਧਿਆਸਣ ਤਤ ਤੁੰਗ ਦਾ ਸੰਸ਼ੋਧਨ ਆਦ ਰਤਨਾ ਅਤੇ ਗਿਆਨ ਪ੍ਰੇਮ ਨਾਲ ਪਦਾਰਥ ਆਦ ਬਹੁਤ ਭਰਿਆ ਹੋਇਆ। ਸਾਰਿਆਂ ਰਤਨਾਂ ਵਿੱਚੋਂ ਗੁਰਾਂ ਦਾ ਸ਼ਬਦ ਰਤਨ ਪਦਾਰਥ ਹੈ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਹੇ ਭਾਈ, ਜਿਹੜਾ ਵੇਦ ਸ਼ਾਸਤਰ ਸਿਮਰਤੀ ਆਦਿ ਬਾਣੀਆਂ 'ਚੋਂ ਸਤਿਗੁਰਾਂ ਦੀ ਬਾਣੀ ਨਾਲ ਲੱਗੇ ਹਨ, ਉਹਨਾਂ ਦੇ ਅੰਤঃਕਰਨ ਰੂਪੀ ਹੱਥ ਵਿੱਚ ਆਨੰਦ ਸਰੂਪ ਪਰਮੇਸ਼ਰ ਚੜਿਆ ਕਹੀਏ ਪ੍ਰਗਟ ਹੋਇਆ ਹੈ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਜਿਹੜੇ ਸਤਿਗੁਰਾਂ ਦੇ ਅੰਮ੍ਰਿਤ ਰੂਪ ਬਚਨਾਂ ਵਿੱਚ ਲੱਗੇ ਆ, ਉਹਨਾਂ ਦੇ ਅੰਤঃਕਰਨ ਰੂਪੀ ਹੱਥ ਵਿੱਚ ਆਨੰਦ ਚੜਿਆ ਸਾਖਿਆਤ ਹੋਇਆ। ਇਹ ਆਨੰਦ ਰਤਨ ਮਾਣਕਾਂ ਦੀ ਨਿਆਈ ਨਿਰਮੋਲਕ ਮੁੱਲ ਤੋਂ ਰਹਿਤ ਅਤੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਅਸੀਂ ਹਰੀ ਹਰ ਪਰਮੇਸ਼ਰ ਦੇ ਅਤੋਲਕ ਤੋਲਣ ਤੋਂ ਰਹਿਤ ਅਮੋਲਕ ਮੁੱਲ ਤੋਂ ਰਹਿਤ ਨਾਮ ਨੂੰ ਪਾਉਣਾ ਹੈ, ਜੋ ਬੁੱਧੀ ਰੂਪ ਤਰਾਜੂ ਨਾਲ ਸ਼ਾਸਤਰ ਪ੍ਰਮਾਣ ਰੂਪੀ ਵੱਟਿਆਂ ਨਾਲ ਤੋਲਿਆ ਨਹੀਂ ਜਾਂਦਾ। ਹੇ ਮਹਾਰਾਜ, ਤੁਹਾਡੀ ਭਗਤੀ ਦੇ ਨਾਲ ਸੰਤ ਮਹਾਤਮਾ ਦੇ ਹਿਰਦੇ ਰੂਪੀ ਭੰਡਾਰਾ ਖਜ਼ਾਨੇ ਭਰੇ ਹੋਏ ਆ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਅਸੀਂ ਸਰੀਰ ਰੂਪ ਸਮੁੰਦਰ ਨੂੰ ਵਿਰੋਲ ਰਿੜਕ ਕੇ ਭਾਵ ਵਿਚਾਰ ਕੇ ਵੇਖਿਆ ਹੈ ਕਿ ਮਨੁੱਖਾ ਜਨਮ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਹੈ। ਸੰਸਾਰ ਰੂਪੀ ਸਮੁੰਦਰ ਨੂੰ ਵਿਰੋਲ ਮਥਨ ਕਰਕੇ ਅਸੀਂ ਸਰੀਰ ਦੇ ਤਾਈਂ ਦੇਖਿਆ ਭਾਵ ਖੋਜਣਾ ਕੀਤਾ ਹੈ। ਜਦੋਂ ਵੇਦਾਂ ਰੂਪੀ ਸਮੁੰਦਰ ਨੂੰ ਰਿੜਕਿਆ ਤਾਂ ਉਸ ਦੇ ਅੰਦਰ ਦੇਖਿਆ ਕਿ ਮਨੁੱਖਾ ਸਰੀਰ ਹੀ ਸੰਸਾਰ ਤੋਂ ਪਾਰ ਕਰਨ ਵਾਲਾ ਹੈ। ਜਦੋਂ ਸਰੀਰ ਦੇ ਵਿੱਚ ਹਿਰਦੈ ਰੂਪੀ ਸਮੁੰਦਰ ਨੂੰ ਗੁਰਾਂ ਦੀ ਵਿਚਾਰ ਦੁਆਰਾ
ਰਿੜਕਣਾ ਭਾਵ ਖੋਜਣਾ ਕੀਤਾ ਤਾਂ ਸਤਿਗੁਰੂ ਜੀ ਨੇ ਅਨੂਪ ਉਪਮਾ ਤੋਂ ਰਹਿਤ ਸਤ ਚਿਤ ਆਨੰਦ ਰੂਪੀ ਬ੍ਰਹਮਾਨੰਦ ਰੂਪੀ ਅਭੇਦਤਾ ਰੂਪੀ ਇੱਕ ਵਸਤੂ ਬ੍ਰਹਮ ਵਿਦਿਆ ਦੁਆਰਾ ਪ੍ਰਗਟ ਕਰਕੇ ਦਿਖਾ ਦਿੱਤੀ। ਜੀਵ ਇਸ ਦੀ ਏਕਤਾ ਰੂਪ ਉਪਮਾ ਤੋਂ ਰਹਿਤ ਵਸਤੂ ਗੁਰੂ ਸਾਹਿਬ ਜੀ ਨੇ ਦਿਖਾ ਦਿੱਤੀ ਹੈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨ ਭਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ ਭਰਾਵੋ, ਸਤਿਗੁਰੂ ਨਾਨਕ ਦੇਵ ਜੀ ਗੋਬਿੰਦ ਪਰਮੇਸ਼ਰ ਦਾ ਰੂਪ ਹਨ ਅਤੇ ਗੋਬਿੰਦ ਪਰਮੇਸ਼ਰ ਆਪ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਹੈ। ਅਸੀਂ ਇਸ ਵਿੱਚ ਕੋਈ ਭੇਦ ਫਰਕ ਨਹੀਂ ਸਮਝਿਆ। ਆਸਾ ਮਹੱਲਾ ਚੌਥਾ। ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਹੇ ਭਾਈ, ਜਿਵੇਂ ਬੱਦਲ ਝਿਮ ਝਿਮੇ ਇੱਕ ਰਸ ਭਾਵ ਹੌਲੀ ਹੌਲੀ ਕਣੀ ਦੇ ਨਾਲ ਵਰਸਦਾ ਹੁੰਦਾ ਤੇ ਉਸ ਵਿੱਚ ਝਿਮ ਝਿਮ ਬਿਜਲੀ ਦੇ ਲਿਸ਼ਕਾਰਿਆਂ ਨਾਲ ਬਰੀਕ ਬਰੀਕ ਕਣੀਆਂ ਇੱਕ ਰਸ ਝੜੀ ਲਾ ਕੇ ਵਰਸਦੀਆਂ ਬਹੁਤ ਸੁੰਦਰ ਦਿਸਦੀਆਂ। ਇਸੇ ਪ੍ਰਕਾਰ ਸਤਿਗੁਰੂ ਰੂਪੀ ਬੱਦਲ ਝਿਮ ਝਿਮੇ ਥਿਮ ਥਿਮ ਕੇ ਏਕਤਾ ਦੇ ਨਾਲ ਸਤੋਮਈ ਬਿਰਤੀ ਦਾ ਝਿਮ ਪ੍ਰਕਾਸ਼ ਕਰਨ ਰੂਪ ਝਿਮ ਬਿਜਲੀ ਦੇ ਚਮਕਾਰੇ ਸਹਿਤ ਉਪਦੇਸ਼ ਰੂਪੀ ਵਰਖਾ ਵਰਸੈ ਕਗੀਏ ਵਰਸਾਉਣਾ ਕਰਦੇ ਹਨ। ਗੁਰੂ ਰੂਪੀ ਬੱਦਲ ਝਿਮ ਝਿਮੇ ਇੱਕ ਰਸ ਝਿਮ ਝਿਮ ਥਿਮ ਥਿਮ ਕੇ ਭਗਤੀ ਰੂਪੀ ਬਿਜਲੀ ਦੇ ਚਮਕਾਰੇ ਦੇ ਸਹਿਤ ਵਰਖਾ ਵਰਸਾਉਣਾ ਕਰਦੇ ਹਨ, ਜਿਸ ਕਰਕੇ ਬ੍ਰਹਮਾਕਾਰ ਬਿਰਤੀ ਵਿੱਚ ਮ੍ਰਿਤੂ ਤੋਂ ਰਹਿਤ ਕਰਨ ਵਾਲੀਆਂ ਅਪਰੋਖ ਗਿਆਨ ਦੀਆਂ ਅੰਮ੍ਰਿਤ ਦੀਆਂ ਧਾਰਾਂ ਵਗ ਰਹੀਆਂ। ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM। ਹੇ RAM ਪਰਮੇਸ਼ਰ ਦੇ ਪਿਆਰਿਓ, ਗੁਰਮੁਖਾਂ ਦੇ ਉਹ ਪਿਆਰਾ RAM ਪਰਮੇਸ਼ਰ ਦ੍ਰਿਸ਼ਟੀ ਵਿੱਚ ਆਉਂਦਾ ਹੈ। ਗੁਰਮੁਖ ਮੁਖੀ ਗੁਰੂ ਚੇਤਨ ਸਰੂਪ ਦੁਆਰਾ ਗੁਰਮੁਖਾਂ ਦੇ ਤਾਈਂ RAM ਰਮਿਆ ਹੋਇਆ ਪਿਆਰਾ RAM ਪਰਮੇਸ਼ਰ ਗਿਆਨ ਵਾਲੀ ਦ੍ਰਿਸ਼ਟੀ ਵਿੱਚ ਆਉਂਦਾ ਹੈ ਅਤੇ RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ। ਜਿਨ੍ਹਾਂ ਗੁਰਮੁਖਾਂ ਨੂੰ RAM ਪਰਮੇਸ਼ਰ ਦਾ ਨਾਮ ਪਿਆਰਾ ਮੀਠਾ ਲੱਗਦਾ ਹੈ, ਉਹ ਜਗਤ ਸੰਸਾਰ ਸਮੁੰਦਰ ਤੋਂ ਨਿਸਤਾਰਾ ਕਹੀਏ ਪਾਰ ਹੋ ਗਏ ਹਨ। ਜੰਮਣ ਮਰਨ ਤੋਂ ਰਹਿਤ ਕਰਨਾ ਇਹ RAM ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਸ਼ੋਭਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ, ਉਹਨਾਂ ਗੁਰਮੁਖਾਂ ਦੀ RAM ਪਰਮੇਸ਼ਰ ਦੇ ਨਾਮ ਕਰਕੇ ਲੋਕ ਪਰਲੋਕ ਵਿੱਚ ਸ਼ੋਭਾ ਵਡਿਆਈ ਹੁੰਦੀ। ਕਲ ਯੁਗ RAM ਨਾਮ ਬੋਹਿਥਾ ਗੁਰਮੁਖ ਪਾਰ ਲਗਾਈ। ਹੇ ਭਾਈ, ਇਸ ਕਲਯੁਗ ਦੇ ਸਮੇਂ ਵਿੱਚ RAM ਪਰਮੇਸ਼ਰ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਤਾਰਨ ਲਈ ਬੋਹਿਥਾ ਜਹਾਜ਼ ਦੀ ਨਿਆਈ ਆ। ਜਿਹੜੇ ਸਤਿਗੁਰਾਂ ਦੀ ਆਗਿਆ ਵਿੱਚ ਚੱਲਦੇ ਆ, ਉਹਨਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਉਪਦੇਸ਼ ਰੂਪੀ ਸਹਾਰਾ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚਾ ਦਿੰਦੇ ਹਨ ਅਤੇ ਹਲਤ ਪਲਤ RAM ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ। ਗੁਰਮੁਖ ਜਨ RAM ਪਰਮੇਸ਼ਰ ਦਾ ਨਾਮ ਜਪਣੇ ਕਰਕੇ ਇਸ ਹਲਤ ਲੋਕ ਪਲਤ ਪਰਲੋਕ ਵਿੱਚ ਸੁਖੀ ਹੋਏ ਆ। ਇਸ ਕਰਕੇ ਗੁਰਮੁਖਾਂ ਦੀ ਕਮਾਈ ਸਭ ਤੋਂ ਸਾਰੀ ਕਹੀਏ ਸ੍ਰੇਸ਼ਟ ਹੈ। ਨਾਨਕ ਦਾਤ ਦਇਆ ਕਰ ਦੇਵੈ RAM ਨਾਮ ਨਿਸਤਾਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਗੁਰਾਂ ਦੀ ਦਇਆਲਤਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦਿੰਦਾ ਹੈ, ਉਹ RAM ਪਰਮੇਸ਼ਰ ਦਾ ਨਾਮ ਜਪ ਕੇ ਨਿਸਤਾਰੀ ਭਾਵ ਸੰਸਾਰ ਰੂਪੀ ਨਿਸ ਪ੍ਰਪੰਚ ਤੋਂ ਤਾਰੀ ਤਰਦੇ ਆ ਅਤੇ ਹੋਰਨਾਂ ਨੂੰ ਵੀ ਬੇੜੀ ਦੀ ਨਿਆਈ ਬਣ ਕੇ ਪ੍ਰਪੰਚ ਤੋਂ ਤਾਰਨਾ ਕਰਦੇ ਆ। ਰਾਮੋ RAM ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ RAM। ਹੇ RAM ਪਰਮੇਸ਼ਰ ਦੇ ਪਿਆਰਿਓ, ਜਿਨ੍ਹਾਂ ਗੁਰਮੁਖਾਂ ਨੇ ਰਾਮੋ ਰਮੇ ਹੋਏ RAM ਪਰਮੇਸ਼ਰ ਰਮਣ ਕਰਨੇ ਯੋਗ ਆਨੰਦ ਦੇਣ ਵਾਲੇ ਪ੍ਰਭੂ ਦਾ ਨਾਮ ਜਪਿਆ ਹੈ,
ਉਹਨਾਂ ਦੇ ਜੰਮਣ ਮਰਨ ਦੇ ਦੁੱਖ ਕਸ਼ਟ ਨਾਸ਼ ਕਰ ਦਿੱਤੇ ਹਨ ਤੇ 4 ਪ੍ਰਕਾਰ ਦੇ ਕਿਲਵਿਖ ਗੁਨਾਹਾਂ ਨੂੰ ਵੀ ਗਵਾਇਆ ਕਿ ਇਹ ਗਵਾ ਦਿੱਤਾ ਹੈ। ਗੁਰ ਪਰਚੈ ਧਿਆਇਆ, ਮੈਂ ਹਿਰਦੈ RAM ਰਵਾਇਆ RAM। ਬੀਪਸਾ ਅਲੰਕਾਰ ਅਨੁਸਾਰ ਜਿਨ੍ਹਾਂ ਨੇ ਸਤਿਗੁਰਾਂ ਦੇ ਪਰਚੈ ਮਿਲਾਪ ਨਾਲ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ, ਜਿਸ ਵਾਹਿਗੁਰੂ ਨਾਮ ਦੇ ਪਰਚੇ ਵਿੱਚ ਸਤਿਗੁਰੂ ਜੀ ਪਰਚੇ ਹੋਏ ਆ, ਉਸ ਵੱਡੇ ਪਰਚੇ ਨਾਲ ਪਰਚ ਕੇ ਗੁਰਾਂ ਦੁਆਰਾ ਨਾਮ ਨੂੰ ਧਿਆਉਣਾ ਕੀਤਾ। ਤਦ ਮੈਂ ਕਹੀਏ ਅਸੀਂ ਚਿੱਤ ਵਿੱਚ ਰਮੇ ਹੋਏ RAM ਪਰਮੇਸ਼ਰ ਦਾ ਨਾਮ ਰਵਾਇਆ ਕਹੀਏ ਉਚਾਰਨ ਕੀਤਾ ਹੈ। ਰਵਿਆ RAM ਹਿਰਦੈ ਪਰਮਗਤ ਪਾਈ, ਜਾ ਗੁਰ ਸਰਣਾਈ ਆਏ। ਇਹ ਦਾਤ ਉਦੋਂ ਪ੍ਰਾਪਤ ਕੀਤੀ ਜਦੋਂ ਸਤਿਗੁਰਾਂ ਦੀ ਸਰਣਾਈ ਓਟ ਵਿੱਚ ਆਏ ਤੇ ਹਿਰਦੈ ਚਿੱਤ ਵਿੱਚ RAM ਪਰਮੇਸ਼ਰ ਦਾ ਨਾਮ ਰਵਿਆ ਸਿਮਰਿਆ ਉਚਾਰਨ ਕੀਤਾ, ਤਾਂ ਉਸ ਵੇਲੇ ਪਰਮ ਗਤ ਵੱਡੀ ਮੁਕਤੀ ਕੇਵਲ ਮੁਕਤੀ ਪਾਉਣਾ ਕੀਤੀ। ਲੋਭ ਵਿਕਾਰ ਨਾਵ ਡੁੱਬਦੀ ਨਿਕਲੀ, ਜਾ ਸਤਿਗੁਰ ਨਾਮ ਦਿੜਾਏ। ਹੇ ਭਾਈ, ਜਦੋਂ ਸੱਚੇ ਗੁਰਾਂ ਨੇ ਅੰਮ੍ਰਿਤ ਨਾਮ ਨੂੰ ਦਿੜਾਏ ਪੱਕਾ ਕਰਾਇਆ, ਦ੍ਰਿੜਾਇਆ, ਤਾਂ ਜੋ ਬੁੱਧੀ ਰੂਪੀ ਨਾਵ ਬੇੜੀ ਵਿਕਾਰਾਂ ਦੇ ਭੋਗਣ ਦੇ ਲੋਭ ਲਾਲਚ ਵਿੱਚ ਡੁੱਬ ਰਹੀ ਸੀ, ਉਹ ਸਤਿਗੁਰਾਂ ਦੀ ਕਿਰਪਾ ਕਰਕੇ ਬਾਹਰ ਨਿਕਲ ਆਈ। ਜੀ ਦਾਨ ਗੁਰ ਪੂਰੈ ਦੀਆ, RAM ਨਾਮ ਚਿਤ ਲਾਏ। ਪੂਰਨ ਸਤਿਗੁਰਾਂ ਨੇ ਜੀਵਾਂ ਨੂੰ ਜੀਵਨ ਮੁਕਤੀ ਦਾ ਦਾਨ ਦੇਣਾ ਕੀਤਾ ਹੈ। ਕਦੋਂ? ਜਿਸ ਵੇਲੇ ਗੁਰਾਂ ਦੁਆਰਾ RAM ਪਰਮੇਸ਼ਰ ਦੇ ਨਾਮ ਵਿੱਚ ਚਿੱਤ ਹਿਰਦੇ ਨੂੰ ਲਾਉਣਾ ਕੀਤਾ। ਜਿਹੜਾ RAM ਪਰਮੇਸ਼ਰ ਦੇ ਨਾਮ ਵਿੱਚ ਗੁਰਾਂ ਨੇ ਚਿੱਤ ਹਿਰਦਾ ਲਾਉਣਾ ਕੀਤਾ ਹੈ, ਇਹ ਪੂਰਨ ਗੁਰਾਂ ਨੇ ਜੀਵਨ ਮੁਕਤੀ ਦਾ ਦਾਨ ਦੇਣਾ ਕੀਤਾ ਹੈ। ਆਪ ਕਿਰਪਾਲ ਕਿਰਪਾ ਕਰ ਦੇਵੈ, ਨਾਨਕ ਗੁਰ ਸਰਣਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਤੇ ਕਿਰਪਾ ਦਾ ਘਰ ਪਰਮੇਸ਼ਰ ਆਪ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਉਹ ਹੀ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ ਹਨ। ਬਾਣੀ RAM ਨਾਮ ਸੁਣੀ, ਸਿੱਧ ਕਾਰਜ ਸਭ ਸੁਹਾਏ RAM। ਹੇ ਭਾਈ, ਜਦੋਂ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਬਾਣੀ ਸਰਵਣ ਕੀਤੀ ਤਾਂ ਸਾਰੇ ਵਿਵਹਾਰਕ ਕੰਮ ਸਿੱਧ ਹੋ ਗਏ, ਪੂਰੇ ਹੋ ਗਏ, ਤੇ ਅਸੀਂ ਸ਼ਰਵਣ ਮੰਨਣ ਨਿਧਿਆਸਣ ਜੀਵਨ ਮੁਕਤੀ ਦੇ ਆਨੰਦ ਸਹਿਤ ਸ਼ੋਭਨੀਕ ਹੋ ਗਏ, ਲੋਕ ਪਰਲੋਕ ਵਿੱਚ ਸ਼ੋਭਨੀਕ ਹੋ ਗਏ। ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ RAM ਧਿਆਏ RAM। ਜਿਨ੍ਹਾਂ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਨੂੰ ਰੋਮ ਰੋਮ ਕਰਕੇ ਧਿਆਨ ਦੁਆਰਾ ਧਿਆਇਆ, ਉਹਨਾਂ ਮੁਖੀ ਗੁਰਾਂ ਦੁਆਰਾ ਅਸੀਂ ਵੀ RAM ਪਰਮੇਸ਼ਰ ਦੇ ਨਾਮ ਨੂੰ ਸਰੀਰ ਦੇ ਰੋਮ ਰੋਮ ਕਰਕੇ ਧਿਆਇਆ ਹੈ। ਜਿਸ RAM ਵਾਹਿਗੁਰੂ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਖੰਡ ਸਮਾਏ ਹੋਏ, ਅਸੀਂ ਮੁਖੀ ਗੁਰਾਂ ਦੇ ਦੁਆਰਾ ਉਸ RAM ਵਾਹਿਗੁਰੂ ਦੇ ਨਾਮ ਨੂੰ ਸਰੀਰ ਦੇ ਰੋਮ ਰੋਮ ਕਰਕੇ ਧਿਆਤਾਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ। RAM ਨਾਮ ਧਿਆਏ ਪਵਿੱਤ ਹੋਏ ਆਏ, ਤਿਸ ਰੂਪ ਨ ਰੇਖਿਆ ਕਾਈ। ਉਸ RAM ਪਰਮੇਸ਼ਰ ਦੇ ਨਾਮ ਨੂੰ ਧਿਆਉਣੇ ਕਰਕੇ ਮਨ ਪਵਿੱਤ ਸ਼ੁੱਧਤਾ ਦੇ ਸਹਿਤ ਹੋ ਆਇਆ। ਆਸਰੀ ਸੰਪਦਾ ਦੇ ਦੂਰ ਹੋਣ ਤੋਂ ਦੈਵੀ ਸੰਪਦਾ ਆ ਕੇ ਪ੍ਰਗਟ ਹੋ ਗਈ, ਤਾਂ ਹਿਰਦਾ ਪਵਿੱਤ ਕਹੀਏ ਸ਼ੁੱਧਤਾ ਦੇ ਸਹਿਤ ਹੋ ਗਿਆ। ਤਿਸ ਰੂਪ ਨਾ ਰੇਖਿਆ ਕਾਈ। ਕਹਿੰਦੇ ਕਈ ਵਿਦਵਾਨ ਇੱਥੇ ਰੇਖਿਆ ਦਾ ਅਰਥ ਹੱਥਾਂ ਦੀਆਂ ਰੇਖਾ ਵੀ ਕਰਦੇ ਆ। ਪਰਮਾਤਮਾ ਸਰੀਰ ਧਾਰੀ ਨਾ ਹੋਣ ਕਰਕੇ ਉਸਦੇ ਕੋਈ ਰੇਖਾ ਨਹੀਂ। ਪਾਤਸ਼ਾਹ ਫਰਮਾਉਂਦੇ ਨਾ, ਰੂਪ ਨ ਰੇਖ ਨ ਰੰਗ ਕੇ ਛਤਰਿਓ ਗੁਣ ਤੇ ਪ੍ਰਭ ਭਿੰਨ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਰਾਮੋ RAM ਰਵਿਆ ਘਟ ਅੰਤਰ, ਸਭ ਤ੍ਰਿਸ਼ਨਾ ਭੂਖ ਗਵਾਈ। ਜਿਸ ਵੇਲੇ ਹਿਰਦੇ ਦੇ ਵਿੱਚ ਰਾਮੋ ਰਮੇ ਹੋਏ RAM ਪਰਮੇਸ਼ਰ ਦਾ ਸੁੰਦਰ ਨਾਮ ਉਚਾਰਿਆ, ਸਾਰੀ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਆਸਾ ਰੂਪ ਭੁੱਖ ਸ਼ੁਦਾ ਗਵਾ ਦਿੱਤੀ। ਜਿੰਨੀ ਕਿਸੇ ਵਸਤੂ ਦੀ ਭੁੱਖ ਹੋਵੇ ਉਹ ਪ੍ਰਾਪਤ ਹੋ ਜਾਵੇ,
ਫਿਰ ਇੱਛਾ ਬਣੀ ਰਹੇ, ਉਸ ਨੂੰ ਤ੍ਰਿਸ਼ਨਾ ਕਹਿੰਦੇ ਆ। ਤੇ ਇੱਕੋ ਚੀਜ਼ ਦੀ ਚਿਰ ਤੱਕ ਆਸ ਲੱਗੀ ਰਹਿਣੀ, ਉਸ ਨੂੰ ਭੁੱਖ ਕਹਿੰਦੇ ਆ। ਮਨ ਤਨ ਸੀਤਲ ਸੀਗਾਰ ਸਭ ਹੁਆ, ਗੁਰਮਤਿ ਰਾਮ ਪਰਗਾਸਾ। ਹੇ ਭਾਈ, ਵਾਹਿਗੁਰੂ ਨਾਮ ਦੇ ਰਸ ਕਰਕੇ ਹਿਰਦਾ ਤੇ ਤਨ ਸਰੀਰ ਵੀ ਵਿਕਾਰਾਂ ਦੀ ਤਪਸ਼ ਵੱਲੋਂ ਸੀਤਲ ਠੰਡਾ ਹੋ ਗਿਆ ਤੇ ਪ੍ਰਭੂ ਪ੍ਰਾਪਤੀ ਸਾਰੇ ਸ਼ਿੰਗਾਰਾਂ ਦੇ ਸਹਿਤ ਹੋ ਗਿਆ। ਸਾਧਨ ਰੂਪੀ ਸ਼ਿੰਗਾਰ ਕੀਤਾ ਸਫਲਾ ਹੋ ਗਿਆ। ਇਉਂ ਗੁਰਾਂ ਦੀ ਸਿੱਖਿਆ ਦੁਆਰਾ ਹਿਰਦੇ ਵਿੱਚ ਰਾਮ ਪਰਮੇਸ਼ਰ ਦਾ ਪ੍ਰਕਾਸ਼ ਹੋ ਗਿਆ ਹੈ। ਨਾਨਕ ਆਪ ਅਨੁਗ੍ਰਹ ਕੀਆ, ਹਮ ਦਾਸਨ ਦਾਸਨ ਦਾਸਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਉੱਤੇ ਆਪ ਵਾਹਿਗੁਰੂ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਕੀਤੀ ਹੈ, ਅਸੀਂ ਤਾਂ ਉਹਨਾਂ ਦਾਸਨ ਦਾਸਾਂ ਦੇ ਵੀ ਦਾਸ ਹਾਂ ਜੋ ਪਰਮੇਸ਼ਰ ਦੇ ਮਨ ਬਾਣੀ ਸਰੀਰ ਕਰਕੇ ਦਾਸਾ ਸੇਵਕ ਹਨ, ਜੋ ਸੰਤ ਵਾਹਿਗੁਰੂ ਦੇ ਸਰੂਪ ਨੂੰ ਦੱਸਣ ਵਾਲੇ ਹਨ, ਉਹਨਾਂ ਦੇ ਅੱਗੇ ਜੋ ਨਾਮ ਦੀ ਕਮਾਈ ਕਰਨ ਵਾਲੇ ਹਨ, ਅਸੀਂ ਉਹਨਾਂ ਦਾਸਾਂ ਦੇ ਵੀ ਦਾਸ ਹਾਂ। ਜਿਨੀ ਰਾਮੋ ਰਾਮ ਨਾਮ ਵਿਸਾਰਿਆ, ਸੇ ਮਨਮੁਖ ਮੂੜ ਅਭਾਗੀ ਰਾਮ। ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਭੁਲਾਇਆ, ਜਿਨ੍ਹਾਂ ਨੇ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਭੁਲਾਇਆ, ਹੇ ਰਾਮ ਪਰਮੇਸ਼ਰ ਦੇ ਪਿਆਰਿਓ, ਸੇ ਕਹੀਓ ਮਨਮੁਖ ਸ਼ਾਸਤਰ ਗਿਆਤ ਤੋਂ ਹੀਣੇ ਹੋਣ ਕਰਕੇ ਮੂਰਖ ਅਭਾਗੀ ਖੋਟੇ ਭਾਗਾਂ ਵਾਲੇ ਨਿਸ਼ਕਾਮ ਕਰਮਾਂ ਤੋਂ ਰਹਿਤ ਹਨ ਅਤੇ ਮਾਇਆ ਤਿਨ ਅੰਤਰੇ ਮੋਹ ਵਿਆਪੈ, ਖਿਨ ਖਿਨ ਮਾਇਆ ਲਾਗੀ ਰਾਮ। ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦਾ ਮੋਹ ਸਨੇਹ ਲੱਗਿਆ ਰਹਿੰਦਾ ਅਤੇ ਪਰਮੇਸ਼ਰ ਨੂੰ ਭੁਲਾਉਣੇ ਕਰਕੇ ਛਿਨ ਛਿਨ ਕਾਲ ਮਾਇਆ ਜੋੜਨ ਦੀ ਲਗਨ ਲੱਗੀ ਰਹਿੰਦੀ। ਉਹਨਾਂ ਦੀ ਬਿਰਤੀ ਖਿਨ ਖਿਨ ਵਿੱਚ ਮਾਇਆ ਜੋੜਨ ਵਿੱਚ ਲੱਗੀ ਰਹਿੰਦੀ। ਮਾਇਆ ਮਲ ਲਾਗੀ ਮੂੜ ਭਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ। ਮਾਇਆ ਦੀ ਪ੍ਰਾਪਤੀ ਦੀ ਇੱਛਾ ਰੂਪ ਮੈਲ ਲੱਗਣੇ ਕਰਕੇ ਮੂੜ ਮੂਰਖ ਅਭਾਗੀ ਖੋਟੇ ਭਾਗਾਂ ਵਾਲੇ ਹੋ ਰਹੇ, ਜਿਨ੍ਹਾਂ ਨੂੰ ਰਾਮ ਪਰਮੇਸ਼ਰ ਦਾ ਨਾਮ ਪਾਇਆ ਚੰਗਾ ਨਹੀਂ ਲੱਗਦਾ। ਅਨੇਕ ਕਰਮ ਕਰਹਿ ਅਭਿਮਾਨੀ, ਹਰ ਰਾਮੋ ਨਾਮ ਚੋਰਾਇਆ। ਅਭਿਮਾਨੀ ਹੰਕਾਰੀ ਪੁਰਖ ਅਨੇਕ ਬਹੁਤ ਤਰ੍ਹਾਂ ਦੇ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਆਦਿ ਕਰਮਾਂ ਨੂੰ ਕਰਦੇ ਆ ਅਤੇ ਹਰੀ ਰਾਮੋ ਪਰਮੇਸ਼ਰ ਦੇ ਨਾਮ ਵੱਲੋਂ ਆਪਣੇ ਚਿੱਤ ਨੂੰ ਚੁਰਾ ਕੇ ਰੱਖਦੇ ਆ। ਮਹਾਂ ਬਿਖਮ ਜਮ ਪੰਥ ਦੁਹੇਲਾ, ਕਾਲੂਖਤ ਮੋਹ ਅੰਧਿਆਰਾ। ਉਹਨਾਂ ਪੁਰਖਾਂ ਨੂੰ ਜਮਦੂਤਾਂ ਦਾ ਪੰਥ ਰਸਤਾ ਬੜਾ ਬਿਖਮ ਕਠਨ ਤੇ ਦੁਹੇਲਾ ਦੁਖਦਾਇਕ ਪ੍ਰਤੀਤ ਹੁੰਦਾ, ਜਿਨ੍ਹਾਂ ਨੂੰ ਕਾਲੂਖਤ ਮੈਲਵਤ ਮੋਹ ਦਾ ਹਨੇਰਾ ਪਿਆ ਹੋਇਆ, ਪਾਪਾਂ ਰੂਪੀ ਕਾਲੀ ਰਾਤ ਵਿੱਚ ਮੋਹ ਦਾ ਹਨੇਰਾ ਪਿਆ ਹੋਇਆ। ਨਾਨਕ ਗੁਰਮੁਖ ਨਾਮ ਧਿਆਇਆ, ਤਾ ਪਾਏ ਮੋਖ ਦੁਆਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੇ ਮੋਖ ਮੁਕਤੀ ਦਾ ਦੁਆਰਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲਿਆ, ਦੁਆਰਿਆਂ ਵਾਲੇ ਸਰੀਰ ਤੋਂ ਮੋਖ ਮੁਕਤੀ ਨੂੰ ਪਾ ਲਿਆ। ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣੈ ਰਾਮ। ਜਿਨ੍ਹਾਂ ਨੇ ਰਮੇ ਹੋਏ ਪਰਮੇਸ਼ਰ ਦਾ ਰੂਪ ਗੁਰਾਂ ਤੋਂ ਰਾਮ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਹੈ, ਇਹ ਮਨੁਆ ਖਿਨ ਊਬ ਪਿਆਲੀ ਭਰਮ ਦਾ ਇਕਤ ਕਰ ਆਣੈ ਰਾਮ। ਹੇ ਰਾਮ ਪਰਮੇਸ਼ਰ ਦੇ ਪਿਆਰਿਓ, ਮਨ ਇਹ ਜਿਹੜਾ ਛਿਨ ਕਾਲ ਵਿੱਚ ਸਵਰਗ ਦੇ ਪਦਾਰਥਾਂ ਨੂੰ ਸੁਣ ਕੇ ਪ੍ਰਾਪਤੀ ਵਾਸਤੇ ਊਬ ਆਕਾਸ਼ ਨੂੰ ਚੜ੍ਹਨ ਦਾ ਯਤਨ ਕਰਦਾ ਰਹਿੰਦਾ ਅਤੇ ਕਦੇ ਫੇਰ ਪਿਆਲੀ ਪਤਾਲ ਵਿੱਚ ਜਾਣਾ ਚਾਹੁੰਦਾ ਕਿ ਸ਼ੇਸ਼ਨਾਗ ਦੀਆਂ ਮਣੀਆਂ ਆਦਿ ਲੈ ਆਵਾਂ। ਇਹ ਮਨੁਆ ਖਿਨ ਵਿੱਚ ਹੰਕਾਰ ਦੇ ਨਾਲ ਆਕਾਸ਼ ਦੀ ਨਿਆਈ ਉੱਚਾ ਹੋ ਜਾਂਦਾ, ਕਦੇ ਪਾਪਾਂ ਦੁੱਖਾਂ ਕਰਕੇ ਪਿਆਲੀ ਪਤਾਲ ਦੀ ਨਿਆਈ ਨੀਵਾਂ ਹੋ ਜਾਂਦਾ। ਇਸ ਕਰਕੇ ਗੁਰਾਂ ਦੀ ਸੰਗਤ ਦੁਆਰਾ ਭਟਕਦੇ ਮਨ ਨੂੰ ਏਕਤਾ ਦੇ ਘਰ ਲਿਆਉਣਾ ਚਾਹੀਦਾ। ਮਨ ਇਕਤ ਘਰ ਆਣੈ, ਸਭ ਗਤ ਮਿਤ ਜਾਣੈ, ਹਰ ਰਾਮੋ ਨਾਮ ਰਸਾਏ। ਜੇ ਮਨ ਹਿਰਦਾ ਏਕਤਾ ਦੇ ਘਰ ਵਿੱਚ ਆ ਜਾਵੇ ਤਾਂ ਗਤ ਪ੍ਰਾਪਤੀ ਰੂਪ ਪਰਮੇਸ਼ਰ ਦੀ ਸਾਰੀ ਮਿਤ ਮਰਿਆਦਾ ਨੂੰ ਜਾਣ ਲੈਂਦਾ ਹੈ ਅਤੇ ਗੁਰੂ ਸਾਹਿਬ ਜੀ ਚਿੱਤ ਨੂੰ ਰਾਮੋ ਰਮੇ ਹੋਏ ਹਰੀ ਪਰਮੇਸ਼ਰ ਦੇ ਨਾਮ ਵਿੱਚ ਰਸਾਈ ਰਸਾ ਦਿੰਦੇ ਆ ਅਤੇ ਜਨ ਕੀ ਪੈਜ ਰੱਖੈ ਰਾਮ ਨਾਮਾ, ਪ੍ਰਹਿਲਾਦ ਉਧਾਰ ਤਰਾਏ।
ਜੋ ਰਾਮ ਪਰਮੇਸ਼ਰ ਦਾ ਨਾਮਾ ਨਾਮ ਹੀ ਗੁਰਮੁਖ ਜਨਾਂ ਦੀ ਲੋਕ ਪ੍ਰਲੋਕ ਵਿੱਚ ਪੈਜ ਪੱਤ ਰੱਖਦਾ ਹੈ। ਕਿਸ ਤਰ੍ਹਾਂ ਪੈਜ ਰੱਖਦਾ ਹੈ? ਜਿਸਨੇ ਪ੍ਰਹਿਲਾਦ ਭਗਤ ਨੂੰ ਦੁੱਖਾਂ ਚੋਂ ਕੱਢ ਕੇ ਸੰਸਾਰ ਸਮੁੰਦਰ ਤੋਂ ਮੁਕਤ ਕਰ ਦਿੱਤਾ ਅਤੇ ਪ੍ਰਹਿਲਾਦ ਦੀਆਂ 21 ਕੁਲਾਂ ਨੂੰ ਵੀ ਤਾਰ ਦਿੱਤਾ। ਜਿਸ ਸਮੇਂ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਅਤੇ ਹਰਨਾਕਸ਼ ਨੂੰ ਉਸਦੇ ਕੀਤੇ ਕਰਮਾਂ ਦਾ ਫਲ ਭੁਗਤਾਉਣ ਲਈ ਦੰਡ ਦੇਣ ਵਾਸਤੇ ਪ੍ਰਭੂ ਨੇ ਨਰਸਿੰਘ ਰੂਪ ਧਾਰਨ ਕੀਤਾ, ਤਾਂ ਪਰਮੇਸ਼ਰ ਨੇ ਹਰਨਾਕਸ਼ ਨਾਲ ਯੁੱਧ ਕਰਕੇ ਆਪਣੇ ਤਿੱਖੇ ਨੌਹਾਂ ਨਾਲ ਉਸ ਦਾ ਪੇਟ ਪਾੜ ਕੇ ਉਸ ਦਾ ਵੱਧ ਕਰ ਦਿੱਤਾ ਅਤੇ ਉਸ ਦੀਆਂ ਅੰਦਰਾਂ ਨੂੰ ਆਪਣੇ ਗਲੇ ਵਿੱਚ ਪਾ ਕੇ ਬੜਾ ਵਿਕਰਾਲ ਰੂਪ ਧਾਰਨ ਕੀਤਾ। ਆਪਣੇ ਪਿਆਰੇ ਭਗਤ ਪ੍ਰਹਿਲਾਦ ਨੂੰ ਦੁਲਾਰਨ ਲੱਗੇ। ਫਿਰ ਪ੍ਰਹਿਲਾਦ ਨੂੰ ਪ੍ਰਭੂ ਨਰਸਿੰਘ ਨੇ ਕਿਹਾ, ਮੈਂ ਤੇਰੇ ਉੱਤੇ ਬੜਾ ਪ੍ਰਸੰਨ ਹਾਂ, ਜੋ ਕੁਝ ਵੀ ਮੰਗਣਾ ਹੈ ਮੰਗ ਲਵੋ। ਭਗਤ ਪ੍ਰਹਿਲਾਦ ਜੀ ਨੇ ਹੱਥ ਜੋੜ ਕੇ ਕਿਹਾ, ਹੇ ਪ੍ਰਭੂ ਜੀ, ਆਪ ਜੀ ਦੇ ਦੀਦਾਰ ਹੋ ਗਏ ਹਨ, ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ? ਬਸ ਆਪਣੀ ਕਿਰਪਾ ਇਵੇਂ ਹੀ ਬਣਾਈ ਰੱਖਣਾ। ਨਰਸਿੰਘ ਨੇ ਫਿਰ ਜਦੋਂ ਕੁਝ ਮੰਗਣ ਲਈ ਕਿਹਾ ਤਾਂ ਸਾਹਮਣੇ ਆਪਣੇ ਪਿਤਾ ਦੀ ਲਾਸ਼ ਦੇਖ ਕੇ ਵਰ ਮੰਗ ਲਿਆ ਕਿ ਹੇ ਪ੍ਰਭੂ, ਭਾਵੇਂ ਮੇਰਾ ਪਿਤਾ ਹੰਕਾਰੀ ਸੀ, ਭਗਤਾਂ ਨੂੰ ਮਰਵਾਉਣ ਵਾਲਾ ਸੀ, ਪਰ ਇੱਕ ਸੱਚ ਇਹ ਵੀ ਹੈ ਕਿ ਮੇਰੇ ਜਨਮ ਪਿਤਾ ਇਹੋ ਹਨ। ਇਸ ਲਈ ਇਹਨਾਂ ਉੱਤੇ ਵੀ ਆਪ ਜੀ ਕਿਰਪਾ ਕਰੋ ਅਤੇ ਮੇਰੇ ਪਿਤਾ ਨੂੰ ਮੁਕਤੀ ਬਖਸ਼ ਦੇਵੋ। ਪ੍ਰਹਿਲਾਦ ਦੀ ਇਹ ਗੱਲ ਸੁਣ ਕੇ ਭਗਵਾਨ ਹੱਸੇ ਤੇ ਕਿਹਾ ਕਿ ਪ੍ਰਹਿਲਾਦ, ਤੂੰ ਮੰਗਿਆ ਵੀ ਕੁਝ ਨਹੀਂ। ਤਾਂ ਪ੍ਰਹਿਲਾਦ ਨੇ ਕਿਹਾ, ਪ੍ਰਭੂ ਜੀ, ਮੈਂ ਤਾਂ ਆਪ ਪਾਸੋਂ ਆਪਣੇ ਪਿਤਾ ਦੀ ਮੁਕਤੀ ਮੰਗੀ ਹੈ, ਆਪ ਜੀ ਐਸਾ ਕਿਉਂ ਕਹਿੰਦੇ ਹੋ? ਤਦ ਭਗਵਾਨ ਜੀ ਨੇ ਪ੍ਰਹਿਲਾਦ ਨੂੰ ਦਿਵ ਦ੍ਰਿਸ਼ਟੀ ਬਖਸ਼ੀ ਅਤੇ ਜਦੋਂ ਪ੍ਰਹਿਲਾਦ ਨੇ ਆਪਣੀਆਂ ਕੁੱਲਾਂ ਵੱਲ ਧਿਆਨ ਮਾਰਿਆ ਤਾਂ ਇੱਕ ਪਿਤਾ ਦੀ ਤਾਂ ਕੀ ਗੱਲ ਸੀ, ਉਸ ਦੀਆਂ 21 ਕੁਲਾਂ ਤਰ ਗਈਆਂ ਸਨ। ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। ਤਦ ਭਗਵਾਨ ਨੇ ਕਿਹਾ ਕਿ ਹੇ ਪ੍ਰਹਿਲਾਦ, ਮੈਂ ਇਸੇ ਕਰਕੇ ਤੈਨੂੰ ਇਹ ਕਿਹਾ ਸੀ ਕਿ ਤੂੰ ਕੁਝ ਵੀ ਨਹੀਂ ਮੰਗਿਆ, ਕਿਉਂਕਿ ਮੈਂ ਤਾਂ ਤੇਰੇ ਮੰਗਣ ਤੋਂ ਪਹਿਲਾਂ ਹੀ ਤੇਰੀਆਂ 21 ਕੁਲਾਂ ਤਾਰ ਦਿੱਤੀਆਂ ਹਨ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦੇ ਆਪਣੇ ਮੁਖ ਉਜਲੇ ਹੁੰਦੇ ਹੀ ਹਨ ਅਤੇ ਉਹਨਾਂ ਨਾਲ ਹੋਰ ਵੀ ਕਿਤਨੀ ਦੁਨੀਆ ਸੰਸਾਰ ਸਮੁੰਦਰ ਤੋਂ ਤਰ ਜਾਂਦੀ ਹੈ। ਰਾਮੋ ਰਾਮ ਰਮੋ ਰਮ ਊਚਾ, ਗੁਣ ਕਹਿਤਿਆ ਅੰਤ ਨ ਪਾਇਆ। ਰਮੋ ਉਚਾਰਨੇ ਜੋਗ ਰਮ ਸੁੰਦਰ, ਊਚਾ ਸ੍ਰੇਸ਼ਟ ਤੇ ਰਾਮੋ ਰਮੇ ਹੋਏ ਰਾਮ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਕਹਿੰਦਿਆਂ ਕਿਸੇ ਨੇ ਅੰਤ ਨਹੀਂ ਪਾਇਆ। ਨਾਨਕ ਰਾਮ ਨਾਮ ਸੁਣ ਭੀਨੇ, ਰਾਮੈ ਨਾਮ ਸਮਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਦੇ ਚਿੱਤ ਰਾਮ ਪਰਮੇਸ਼ਰ ਦੇ ਨਾਮ ਨੂੰ ਸੁਣਦਿਆਂ ਹੀ ਭੀਨੇ ਭਿੱਜ ਜਾਂਦੇ ਹਨ ਅਤੇ ਰਾਮੈ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦੇ ਹਨ, ਭਾਵ ਅਭੇਦ ਹੋ ਜਾਂਦੇ ਹਨ। ਜਿਨ ਅੰਤਰੇ ਰਾਮ ਨਾਮ ਵਸੈ, ਤਿਨ ਚਿੰਤਾ ਸਭ ਗਵਾਇਆ ਰਾਮ। ਹੇ ਰਾਮ ਪਰਮੇਸ਼ਰ ਦੇ ਪਿਆਰਿਓ, ਜਿਨ੍ਹਾਂ ਨੇ ਹਿਰਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਵਸਾਇਆ ਹੈ, ਉਹਨਾਂ ਨੇ ਜਨਮਾਂ ਜਨਮਾਤਰਾਂ ਦੀਆਂ ਚਿੰਤਾਵਾਂ ਨੂੰ ਗਵਾ ਲਿਆ ਹੈ। ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ ਰਾਮ। ਹੇ ਰਾਮ ਪਰਮੇਸ਼ਰ ਦੇ ਪਿਆਰਿਓ, ਉਹਨਾਂ ਨੂੰ ਸਾਰੇ ਪਦਾਰਥ ਤੇ ਸਾਰਿਆਂ ਧਰਮਾਂ ਦਾ ਸ਼੍ਰੋਮਣੀ ਵਾਹਿਗੁਰੂ ਨਾਮ ਮਿਲਿਆ ਹੈ ਅਤੇ ਜੋ ਮਨ ਹਿਰਦੇ ਵਿੱਚ ਧਰਮ ਅਰਥ ਕਾਮ ਮੋਖ ਪਦਾਰਥਾਂ ਦੀ ਚਿਤਵਣੀ ਸੀ, ਉਹਨਾਂ ਫਲਾਂ ਨੂੰ ਪਾ ਲਿਆ ਹੈ। ਮਨ ਚਿੰਦਿਆ ਫਲ ਪਾਇਆ, ਰਾਮ ਨਾਮ ਧਿਆਇਆ, ਰਾਮ ਨਾਮ ਗੁਣ ਗਾਏ। ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਧਿਆਤਾਕਾਰ ਹੋ ਕੇ ਧਿਆਉਣਾ ਕੀਤਾ ਹੈ, ਉਹਨਾਂ ਦੇ ਮਨ ਚਿੰਦਿਆ ਬਾਂਛਤ ਫਲਾਂ ਨੂੰ ਚਿਤਵਣੀ ਅਨੁਸਾਰ ਪਾ ਲਿਆ ਅਤੇ ਉਹ ਮਸਤ ਹੋ ਕੇ ਰਾਮ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰਾਹੀਂ ਗਾਉਂਦੇ। ਦੁਰਮਤ ਕਬੁੱਧ ਗਈ ਸੁਧ ਹੋਈ, ਰਾਮ ਨਾਮ ਮਨ ਲਾਏ। ਪਾਤਸ਼ਾਹ ਫਰਮਾਉਂਦੇ ਹਨ, ਜਿਹੜੀ ਦੁਰਮਤ ਖੋਟੇ ਪੁਰਖਾਂ ਦੀ ਸਿੱਖਿਆ ਲੈ ਕੇ ਕਬੁੱਧ ਖੋਟੀ ਬੁੱਧੀ ਹੋ ਰਹੀ ਸੀ, ਖੋਟੀ ਮੱਤ ਵਾਲਿਆਂ ਪੁਰਖਾਂ ਦੀ ਸੰਗਤ ਕਰਕੇ ਵਿਸ਼ੇ ਭੋਗਣ ਵਾਲੀ ਖੋਟੀ ਮੱਤ ਸੀ, ਉਹਨਾਂ ਦੀ ਦੂਰ ਹੋ ਗਈ, ਨਿਵਰਤ ਹੋ ਗਈ। ਪਰਮੇਸ਼ਰ ਦੇ ਨਾਮ ਵਿੱਚ ਹਿਰਦੇ ਨੂੰ ਲਾਉਣੇ ਕਰਕੇ ਆਤਮਾ ਦੀ ਸਾਖਿਆਤਤਾ ਵਾਲੀ ਸੁੱਧੀ ਪ੍ਰਾਪਤ ਹੋ ਗਈ ਹੈ। ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪਰਗਾਸਿਆ।
ਹੇ ਭਾਈ, ਉਸ ਗੁਰਮੁਖ ਜਨ ਦਾ ਸਰੀਰ ਧਾਰਨ ਤੋਂ ਲੈ ਕੇ ਸਾਰਾ ਮਨੁੱਖਾ ਜਨਮ ਸਫਲਾ ਹੋ ਗਿਆ, ਜਿਸ ਹਿਰਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਗਿਆ। ਨਾਨਕ ਹਰਿ ਭਜ ਸਦਾ ਦਿਨ ਰਾਤੀ, ਗੁਰਮੁਖ ਨਿਜ ਘਰ ਵਾਸਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਹਮੇਸ਼ਾ ਹੀ ਸਦਾ ਹੀ ਦਿਨ ਰਾਤੀ ਰਾਤ ਦਿਨ ਸਿਮਰਨ ਕਰਨ ਵਾਲੇ ਗੁਰਮੁਖ ਦਾ ਮਨ ਆਪਣੇ ਸਵੈ ਸਰੂਪ ਸਤਿਚਿਤ ਆਨੰਦ ਤੁਰਿਆ ਪਦ ਰੂਪੀ ਘਰ ਵਿੱਚ ਵਸ ਗਿਆ ਹੈ। ਜਿਨ ਸਰਦਾ RAM ਨਾਮ ਲੱਗੀ, ਤਿਨ ਦੂਜੈ ਚਿਤ ਨ ਲਾਇਆ RAM। ਹੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਜਪਣ ਦੀ ਸ਼ਰਧਾ ਲੱਗ ਗਈ ਹੈ, ਉਹਨਾਂ ਨੇ ਦਵੈਤ ਵਾਲੇ ਕਾਰਜਾਂ ਵਿੱਚ ਚਿੱਤ ਹਿਰਦੇ ਨੂੰ ਨਹੀਂ ਲਗਾਉਣਾ ਕੀਤਾ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨ ਭਾਇਆ RAM। ਹੇ ਭਾਈ, ਜੇਕਰ ਨਾਮ ਵਿੱਚ ਰਤੇ ਗੁਰਮੁਖ ਜਨਾਂ ਨੂੰ ਕੋਈ ਗੁਰਮਤ ਵੱਲੋਂ ਹਟਾਉਣ ਲਈ ਸਾਰੀ ਪ੍ਰਿਥਵੀ ਕੰਚਨ ਸੋਨੇ ਦੀ ਬਣਾ ਕੇ ਦੇਣਾ ਕਰੇ, ਤਾਂ ਵੀ ਉਹਨਾਂ ਨੂੰ ਰਾਮ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕੁਝ ਵੀ ਪਾਇਆ ਚੰਗਾ ਨਹੀਂ ਲੱਗਦਾ। RAM ਨਾਮ ਮਨ ਭਾਇਆ, ਪਰਮ ਸੁਖ ਪਾਇਆ, ਅੰਤ ਚਲਦਿਆ ਨਾਲ ਸਖਾਈ। ਹੇ ਭਾਈ, ਜਿਨ੍ਹਾਂ ਦੇ ਮਨ ਚਿੱਤ ਨੂੰ ਰਾਮ ਪਰਮੇਸ਼ਰ ਦਾ ਨਾਮ ਪਾਇਆ ਚੰਗਾ ਲੱਗਿਆ ਹੈ, ਉਹਨਾਂ ਨੇ ਪਰਮ ਵੱਡਾ ਸੁਖ ਆਨੰਦ ਆਤਮਕ ਆਨੰਦ ਪਾ ਲਿਆ ਹੈ, ਅਤੇ ਉਹ ਗੁਰਮੁਖ ਜਨ ਜਾਣਦੇ ਹਨ ਕਿ ਅੰਤ ਅਖੀਰ ਭਾਵ ਪਰਲੋਕ ਨੂੰ ਜਾਣ ਲੱਗਿਆਂ ਪਰਮੇਸ਼ਰ ਦਾ ਨਾਮ ਹੀ ਨਾਲ ਸਾਥ ਸਖਾਈ ਸਹਾਇਕ ਹੋਵੇਗਾ। ਇਸੇ ਕਰਕੇ RAM ਨਾਮ ਧਨ ਪੂੰਜੀ ਸੰਚੀ, ਨਾ ਡੂਬੈ ਨਾ ਜਾਈ। ਉਹਨਾਂ ਨੇ ਰਾਮ ਪਰਮੇਸ਼ਰ ਦਾ ਨਾਮ ਜਪਣ ਰੂਪੀ ਧਨ ਦੌਲਤ ਤੇ ਸ਼ਰਧਾ ਰੂਪੀ ਪੂੰਜੀ ਰਾਸ ਸੰਚੀ ਇਕੱਤਰ ਕੀਤੀ ਹੈ। ਜਿਵੇਂ ਪੈਸੇ ਡੁੱਬ ਜਾਂਦੇ ਹਨ ਤੇ ਕਾਗਜ਼ ਦੇ ਨੋਟ ਸੜ ਜਾਂਦੇ ਹਨ, ਇਉਂ ਪਦਾਰਥਾਂ ਰੂਪ ਪਾਣੀ ਵਿੱਚ ਡੁੱਬਦੇ ਨਹੀਂ, ਨਾ ਹੀ ਉਹਨਾਂ ਦੀ ਸ਼ਰਧਾ ਰੂਪੀ ਪੂੰਜੀ ਕਿਤੇ ਜਾਂਦੀ ਆ। RAM ਨਾਮ ਇਸ ਜੁਗ ਮਹਿ ਤੁਲਹਾ, ਜਮ ਕਾਲ ਨੇੜ ਨ ਆਵੈ। ਹੇ ਭਾਈ, ਇਸ ਜਗਤ ਕਲਯੁਗ ਵਿੱਚ ਰਾਮ ਪਰਮੇਸ਼ਰ ਦਾ ਨਾਮ ਹੀ ਰਾਗ ਦਵੈਖ ਰੂਪੀ ਨਾਲਿਆਂ ਵਿੱਚੋਂ ਪਾਰ ਹੋਣ ਵਾਸਤੇ ਤੁਲਹੇ ਦੀ ਨਿਆਈ ਨਾਮ ਜਪਣੇ ਕਰਕੇ ਕਾਲ ਦਾ ਕਰਤਾ ਭਾਵ ਜਮਦੂਤ ਵੀ ਨਜ਼ਦੀਕ ਨੇੜੇ ਨਹੀਂ ਆਉਂਦਾ। ਨਾਨਕ ਗੁਰਮੁਖ RAM ਪਛਾਤਾ, ਕਰ ਕਿਰਪਾ ਆਪ ਮਿਲਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਰਾਮ ਪਰਮੇਸ਼ਰ ਨੂੰ ਪਛਾਣਿਆ ਹੈ, ਉਹਨਾਂ ਪਿਆਰਿਆਂ ਨੂੰ ਆਪ ਵਾਹਿਗੁਰੂ ਮਿਹਰ ਕਰਕੇ ਆਪਣੇ ਨਾਲ ਮੇਲ ਲੈਂਦਾ, ਭੇਦ ਕਰ ਲੈਂਦਾ। RAM ਨਾਮ ਸਤੇ ਸਤ, ਗੁਰਮੁਖ ਜਾਣਿਆ RAM। ਹੇ ਰਾਮ ਪਰਮੇਸ਼ਰ ਦੇ ਪਿਆਰਿਓ, ਜੋ ਸਾਰੇ ਰਮਿਆ ਹੋਇਆ ਹੈ, ਉਸ ਰਾਮ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਤ ਨਿਸ਼ਚੇ ਕਰਕੇ ਗੁਰਮੁਖਾਂ ਨੇ ਜਾਣਨਾ ਕੀਤਾ ਹੈ। ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ RAM। ਜਿਨ੍ਹਾਂ ਨੇ ਆਪਣਾ ਮਨ ਹਿਰਦਾ ਰਾਮ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ, ਭੇਟਾ ਕਰ ਦਿੱਤਾ ਹੈ, ਤਨ ਸਰੀਰ ਵੀ ਗੁਰਾਂ ਦੇ ਚਰਨਾਂ ਵਿੱਚ ਚੜਾ ਦਿੱਤਾ ਹੈ, ਉਹਨਾਂ ਦਾਸਾਂ ਸੇਵਕਾਂ ਦਾ ਸਤਿਗੁਰਾਂ ਦੀ ਟਹਿਲ ਵਿੱਚ ਲੱਗਣਾ ਕੀਤਾ ਹੈ। ਮਨ ਤਨ ਅਰਪਿਆ, ਬਹੁਤ ਮਨ ਸਰਦਿਆ, ਗੁਰ ਸੇਵਕ ਭਾਏ ਮਿਲਾਏ। ਹੇ ਭਾਈ, ਜਿਨ੍ਹਾਂ ਨੇ ਗੁਰਾਂ ਦੇ ਚਰਨਾਂ ਵਿੱਚ ਆਪਣੇ ਮਨ ਹਿਰਦੇ ਨੂੰ ਮਾਣ ਛੱਡਣ ਰੂਪ ਅਰਪਿਆ ਸੌਂਪਿਆ ਹੈ, ਤਨ ਸਰੀਰ ਨੂੰ ਸੇਵਾ ਵਿੱਚ ਲਾਇਆ ਹੈ, ਉਹਨਾਂ ਦਾ ਮਨ ਹਿਰਦਾ ਬਹੁਤ ਅਤਿਅੰਤ ਸ਼ਰਧਾ ਦੇ ਸਹਿਤ ਹੋ ਗਿਆ। ਉਹਨਾਂ ਨੂੰ ਗੁਰੂ ਜੀ ਨੇ ਦਾਸਾ ਭਾਵ ਵਾਲੇ ਜਾਣ ਕੇ ਪਰਮੇਸ਼ਰ ਦੇ ਪ੍ਰਕਾਸ਼ ਰੂਪ ਵਿੱਚ ਮਿਲਾ ਦਿੱਤਾ ਹੈ। ਦੀਨਾ ਨਾਥ ਜੀਆ ਕਾ ਦਾਤਾ, ਪੂਰੇ ਗੁਰ ਤੇ ਪਾਏ। ਜੋ ਪਰਮੇਸ਼ਰ ਦੀਨਾ ਗਰੀਬਾਂ ਦਾ ਨਾਥ ਸੁਆਮੀ ਤੇ ਸਾਰੇ ਜੀਵਾਂ ਦਾ ਦਾਤਾ ਹੈ, ਪਰੰਤੂ ਉਸ ਵਾਹਿਗੁਰੂ ਨੂੰ ਪੂਰਨ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਹੇ ਭਾਈ, ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਭਾਈ ਲਹਿਣਾ ਜੀ ਉਹਨਾਂ ਦੇ ਚਰਨੀ ਪੈ ਕੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਗੁਰੂ ਸਰੂਪ ਹੋ ਗਏ ਅਤੇ ਅੱਗੇ ਉਹਨਾਂ ਦੇ ਸਿੱਖ ਸ੍ਰੀ ਗੁਰੂ ਅਮਰਦਾਸ ਜੀ ਬਣੇ, ਜੋ ਸਤਿਗੁਰਾਂ ਦੀ ਸੇਵਾ ਅਤੇ ਸਿਮਰਨ ਕਰਕੇ ਸਿੱਖ ਤੋਂ ਗੁਰੂ ਰੂਪ ਹੀ ਹੋ ਗਏ, ਭਾਵ ਇੱਕੋ ਹੀ ਜੋਤ ਸਰੂਪ ਹਨ। ਅਤੇ ਸਤਿਗੁਰਾਂ ਨੇ ਅਦਵੈਤ ਸਵਰੂਪ ਪਰਮੇਸ਼ਰ ਦੇ ਨਾਮ ਦਾ ਹੀ
ਉਪਦੇਸ਼ ਚਲਾਏ ਚਲਾਉਣਾ ਭਾਵ ਤੋਰਨਾ ਕੀਤਾ ਹੈ। RAM ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਭਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੇਕਰ ਗੁਰੂ ਸਾਹਿਬ ਜੀ ਏਕਤਾ ਦੀ ਸੰਪਰਦਾ ਵਿੱਚ RAM ਪਰਮੇਸ਼ਰ ਦੇ ਨਾਮ ਦਾ ਮੰਤ ਉਪਦੇਸ਼ ਹਿਰਦੈ ਚਿੱਤ ਵਿੱਚ ਬਖਸ਼ ਦੇਣ ਤਾਂ ਪਰਮੇਸ਼ਰ ਦੇ ਨਾਲ ਸੁਭਾਵਕ ਹੀ ਮਿਲਣਾ ਹੁੰਦਾ ਹੈ। ਸੋ ਸ਼ਬਦ ਦੇ ਅਖੀਰ ਵਿੱਚ ਆਏ ਜੋ ਅੰਕਾਂ ਦਾ ਵੇਰਵਾ ਹੈ, ਸ਼ੰਤ ਮਹੱਲਾ ਚੌਥਾ ਦੇ 2, ਸ਼ੰਤ ਮਹੱਲਾ ਤੀਜਾ ਦੇ 2 ਆਏ ਹਨ ਸ਼ਬਦ, ਸ਼ੰਤ ਮਹੱਲਾ ਪਹਿਲਾ ਦੇ 5 ਆਏ ਹਨ। ਸੋ ਜੋੜ ਕੁੱਲ ਜੋ 9 ਬਣਦਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।